ਦੋਸਤੋ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬੁਨਿਆਦੀ ਮੁੱਦਿਆਂ ਦੀ ਸਿਆਸਤ ਵੱਲ ਪਰਤਣ ਦੀ ਲੋੜ। ਜੀ ਹਾਂ ਦੋਸਤੋ, ਜਿਵੇਂ ਕਿ ਤੁਹਾਡੇ ਸਭ ਦੇ ਧਿਆਨ ਦੇ ਵਿੱਚ ਹੀ ਹੈ, ਪਿਛਲੇ 15 ਦਿਨਾਂ ਤੋਂ ਲਗਾਤਾਰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਇੱਕ ਵਿਵਾਦ ਜਿਹੜਾ ਸ਼ੁਰੂ ਹੋਇਆ ਸੀ ਉਹ ਲਗਾਤਾਰ ਪਿਛਲੇ 15 ਦਿਨਾਂ ਤੋਂ ਚੱਲਦਾ ਆ ਰਿਹਾ। ਇਹ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਬਲਕਿ ਨਿੱਤ ਜਿਹੜਾ ਹੈਗਾ ਇਹ ਵਿਵਾਦ 'ਚ ਇੱਕ ਨਵਾਂ ਰੂਪ, ਇੱਕ ਨਵਾਂ ਰੰਗ ਫੜਦਾ ਜਾ ਰਿਹਾ। ਅਤੇ ਉਸ ਵੱਲ ਜਿਹੜਾ ਹੈਗਾ ਸਾਰੀਆਂ ਰਾਜਸੀ ਪਾਰਟੀਆਂ, ਸਾਰੀਆਂ ਸਰਕਾਰਾਂ, ਚਾਹੇ ਉਹ ਪੰਜਾਬ ਦੀ ਹੋਵੇ, ਚਾਹੇ ਹਰਿਆਣੇ ਦੀ ਹੋਵੇ, ਚਾਹੇ ਕੇਂਦਰ ਦੀ ਹੋਵੇ, ਚਾਹੇ ਉਹ ਚੰਡੀਗੜ੍ਹ ਦੇ ਵਿੱਚ ਕਾਬਜ ਨਗਰ ਨਿਗਮ ਹੋਵੇ, ਕੋਈ ਵੀ ਇਸ ਵਿਵਾਦ ਦੇ ਵਿੱਚ ਪਿੱਛੇ ਹਟਣ ਦਾ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਬਲਕਿ ਹਰ ਬੰਦਾ ਇਸ ਨੂੰ ਇੱਕ ਨਵੀਂ ਰੰਗਤ, ਇੱਕ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ। ਜੀ ਹਾਂ ਦੋਸਤੋ, ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਇਹ ਵਿਵਾਦ ਕਿੱਥੋਂ ਸ਼ੁਰੂ ਹੋਇਆ, ਕੀ ਕਾਰਨ ਸੀ ਉਸਦੇ, ਕਿਵੇਂ ਕਿਵੇਂ ਇਸ ਦਾ ਹੁੰਦਾ ਰਿਹਾ। ਤਾਂ ਤੁਹਾਨੂੰ ਦੱਸ ਦਈਏ ਵੀ ਕਿ ਇਸ ਵਿਵਾਦ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ 27 ਮਾਰਚ ਨੂੰ ਹੁੰਦੀ ਹੈ, ਜਦੋਂ 27 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਦੀ ਫੇਰੀ 'ਤੇ ਆਉਂਦੇ ਨੇ, ਚੰਡੀਗੜ੍ਹ ਦੇ ਕਈ ਵਿਕਾਸ ਦੇ ਕੰਮਾਂ ਦਾ ਉਦਘਾਟਨ ਕਰਦੇ ਨੇ, ਸਭ ਕੁਝ ਕਰਦੇ ਨੇ। ਉਸੇ ਦਿਨ ਸ਼ਾਮ ਨੂੰ ਉਹ ਇੱਕ ਚੰਡੀਗੜ੍ਹ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਸਮਾਗਮ 'ਚ ਇੱਕ ਵੱਡਾ ਐਲਾਨ ਕਰਦੇ ਨੇ ਵੀ ਕਿ ਚੰਡੀਗੜ੍ਹ ਦੇ ਵਿੱਚ ਕੇਂਦਰੀ ਸੇਵਾ ਨਿਯਮ ਨੂੰ ਜਿਹੜਾ ਲਾਗੂ ਕਰ ਦਿੱਤਾ ਜਾਵੇਗਾ, ਜੋ ਕਿ ਦੱਸਣਯੋਗ ਹੈ। ਇਸ ਤੋਂ ਪਹਿਲਾਂ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਸਿਵਲ ਸਰਵਿਸਿਜ਼ ਰੂਲਸ ਜਿਹੜੇ ਨੇ ਉਹ ਲਾਗੂ ਕੀਤੇ ਜਾਂਦੇ ਸੀ। ਉਸ ਦਾ ਮਤਲਬ ਵੀ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਸਿਵਲ ਸਰਵਿਸਿਜ਼ ਰੂਲ ਸੀਗਾ ਉਸ ਨੂੰ ਲਾਗੂ ਕੀਤਾ ਜਾਂਦਾ ਸੀ। ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਲਾਨ ਤੋਂ ਬਾਅਦ ਜਿਹੜਾ ਹੈ ਉਹਨਾਂ ਦਾ ਦਾਅਵਾ ਸੀ ਅਸੀਂ 2 ਦਿਨਾਂ ਦੇ ਵਿੱਚ ਜਾਂ 1 ਦਿਨ ਦੇ ਵਿੱਚ ਇਸਦੀ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ। ਉਹ ਤੀਜੇ ਦਿਨ ਜਾ ਕੇ ਨੋਟੀਫਿਕੇਸ਼ਨ ਵੀ ਜਾਰੀ ਹੁੰਦੀ ਹੈ ਵੀ ਅਸੀਂ 1 ਅਪ੍ਰੈਲ ਤੋਂ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਇਹ ਪੰਜਾਬ ਸਿਵਲ ਸਰਵਿਸਿਜ਼ ਰੂਲਸ ਦੀ ਥਾਂ 'ਤੇ ਸੈਂਟਰਲ ਸਿਵਲ ਸਰਵਿਸਿਜ਼ ਰੂਲ ਜਿਹੜਾ ਹੈ ਲਾਗੂ ਕਰਨ ਜਾ ਰਹੇ ਹਾਂ। ਅਤੇ ਉਸ ਦਿਨ ਤੋਂ ਹੀ ਜਿਹੜਾ ਲਗਾਤਾਰ ਇੱਕ ਵਿਵਾਦ ਸ਼ੁਰੂ ਹੁੰਦਾ, ਸਭ ਨੂੰ ਸਾਫ਼ ਦਿਖਾਈ ਦਿੰਦਾ ਹੈ ਕਿਤੇ ਨਾ ਕਿਤੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਜਿਹੜੀ ਚੰਡੀਗੜ੍ਹ ਹੈ, ਜਿਸ ਨੂੰ ਕਿ ਸਿਟੀ ਬਿਊਟੀਫੁਲ ਵੀ ਕਿਹਾ ਜਾਂਦਾ ਹੈ, ਉਸ 'ਤੇ ਕੇਂਦਰ ਜਿਹੜਾ ਹੈ ਹੁਣ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਕੇਂਦਰ ਕਬਜ਼ਾ ਕਰਨ ਜਾ ਰਿਹਾ। ਇਸ ਤੋਂ ਪਹਿਲਾਂ ਵੀ ਕੇਂਦਰ ਵੱਲੋਂ ਜਿਹੜਾ ਹੈਗਾ ਕਈ ਵਾਰ ਸੂਬਿਆਂ ਦੇ ਅਧਿਕਾਰਾਂ 'ਤੇ ਜਿਹੜਾ ਹੈਗਾ ਘਟਾਉਣ ਦੀ ਕੋਸ਼ਿਸ਼ ਕਰੀ ਹੈ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਤੇ ਨਾ ਕਿਤੇ ਉਹਨਾਂ ਨੂੰ ਐਂ ਲੱਗ ਰਿਹਾ ਸੀ ਵੀ ਕਿ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ, ਜੋ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹੈ, ਯੂਟੀ ਵੀ ਹੈ, ਵੀ ਕਿ ਇਸ 'ਤੇ ਵੀ ਜਿਵੇਂ ਉਸ ਵੱਲੋਂ ਇਸ ਦੇ ਮੁਲਾਜ਼ਮਾਂ 'ਤੇ ਸੈਂਟਰਲ ਸਰਵਿਸਿਜ਼ ਰੂਲਸ ਲਾਗੂ ਕਰ ਦਿੱਤੇ ਗਏ ਨੇ, ਵੀ ਕਿ ਕੇਂਦਰ ਸਰਕਾਰ ਚੰਡੀਗੜ੍ਹ 'ਤੇ ਵੀ ਪੰਜਾਬ ਅਤੇ ਹਰਿਆਣਾ ਦੀ ਥਾਂ ਸਿੱਧਾ ਆਪਣਾ ਕਬਜ਼ਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਤੇ ਨਾ ਕਿਤੇ ਉਸੇ ਦਿਨ ਤੋਂ ਜਿਹੜਾ ਹੈਗਾ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਗੱਲ ਕਰੀਏ ਤਾਂ 1 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਂਦਾ, ਉਸ 'ਚ ਸਭ ਵੱਲੋਂ ਇੱਕ ਮਤਾ ਪਾਸ ਕੀਤਾ ਜਾਂਦਾ ਹੈ ਵੀ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਹੈ ਅਤੇ ਇਸ ਨੂੰ ਜਿਹੜਾ ਹੈਗਾ ਪੰਜਾਬ ਦੇ ਹਵਾਲੇ ਹੀ ਕਰ ਦੇਣਾ ਚਾਹੀਦਾ ਹੈ। ਅਤੇ ਇਸ ਤੋਂ ਬਾਅਦ ਜਿਹੜਾ ਹੈਗਾ ਹਰਿਆਣਾ ਸਰਕਾਰ ਇੱਕ ਵਿਧਾਨ ਸਭਾ ਦਾ ਸੈਸ਼ਨ ਸੱਦਦੀ ਹੈ, ਉਹ 5 ਅਪ੍ਰੈਲ ਨੂੰ ਸੱਦਿਆ ਜਾਂਦਾ ਹੈ, ਜਿਸ ਦੇ ਵਿੱਚ ਹਰਿਆਣਾ ਸਰਕਾਰ ਕਹਿੰਦੀ ਹੈ ਵੀ ਕਿ ਚੰਡੀਗੜ੍ਹ 'ਤੇ ਸਾਡਾ ਹੱਕ ਹੈ। ਅਤੇ ਇਸ ਦੇ ਨਾਲ ਹੀ ਉਹ ਪਾਣੀਆਂ ਦਾ ਮੁੱਦਾ, ਹਿੰਦੀ ਬੋਲਦੇ ਇਲਾਕਿਆਂ ਦਾ ਜਿਹੜਾ ਕਈ ਮਸਲੇ ਅਜਿਹੇ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਚੁੱਕਦੀ ਹੈ। ਅਤੇ ਉਸ ਤੋਂ ਬਾਅਦ ਜਿਹੜਾ ਰਾਜਧਾਨੀ ਦਾ ਮੁੱਦਾ ਸੀ ਉਸ ਦੇ ਨਾਲ ਹੀ ਹੋਰ 4 ਮਸਲੇ ਜਿਹੜੇ ਸਭ ਦੇ ਸਾਹਮਣੇ ਉੱਭਰ ਕੇ ਸਾਹਮਣੇ ਆ ਜਾਂਦੇ ਨੇ। ਪਰ ਉਰੇ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਵੀ ਕਿ ਇਹ ਕੋਈ ਨਹੀਂ ਇਸ ਗੱਲ ਤੋਂ ਮੁੱਕਰ ਸਕਦਾ ਵੀ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਅਤੇ ਚੰਡੀਗੜ੍ਹ 'ਤੇ ਬੁਨਿਆਦੀ ਹੱਕ ਪੰਜਾਬ ਦਾ ਬਣਦਾ, ਕਿਉਂਕਿ ਜਿਸ ਸਮੇਂ ਚੰਡੀਗੜ੍ਹ ਦੀ ਜਿਹੜਾ ਕਈ ਆਪਾਂ ਸਥਾਪਨਾ ਕੀਤੀ ਗਈ ਸੀ, ਇਸ ਚੰਡੀਗੜ੍ਹ ਨੂੰ ਬਣਾਇਆ ਗਿਆ ਸੀ, ਉਸ ਸਮੇਂ ਦੇ ਹਾਲਾਤ ਕੀ ਸੀ, ਕਿਹੜੇ ਹਾਲਾਤਾਂ ਦੇ ਵਿੱਚ ਬਣਾਇਆ ਗਿਆ ਸੀ, ਕਿਹੜੀ ਥਾਂ ਨੂੰ ਜਿਹੜਾ ਐਕਵਾਇਰ ਕਰਕੇ ਚੰਡੀਗੜ੍ਹ ਬਣਾਇਆ ਗਿਆ ਸੀ, ਉਹਦਾ ਸਭ ਕੁਝ ਜਿਹੜਾ ਹੈਗਾ ਜ਼ਿਆਦਾ ਹਿੱਸਾ ਪੰਜਾਬ ਦੇ ਹਿੱਸੇ ਤੋਂ ਲਿੱਤਾ ਗਿਆ ਸੀ। ਇਸ ਲਈ ਇਹ ਗੱਲ ਸਾਰੇ ਮੰਨਦੇ ਨੇ ਵੀ ਕਿ ਚੰਡੀਗੜ੍ਹ 'ਤੇ ਕਿਤੇ ਨਾ ਕਿਤੇ ਵੱਡਾ ਹੱਕ ਪੰਜਾਬ ਦਾ ਬਣਦਾ। ਅਤੇ ਇਹ ਗੱਲ ਹਰਿਆਣਾ ਸਰਕਾਰ ਵੀ ਮੰਨਣ ਨੂੰ ਤਿਆਰ ਹੈ ਵੀ ਕਿ ਉਹ ਇਹ ਕਹਿ ਰਹੇ ਨੇ ਵੀ ਕਿ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਹੈ, ਪਰ ਉਹ ਇਹ ਗੱਲ ਵੀ ਮੰਨ ਰਹੇ ਨੇ ਵੀ ਕਿ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਦੀ ਰਾਜਧਾਨੀ ਵੀ ਹੈ। ਪਰ ਹੁਣ ਗੱਲ ਇਹ ਆਉਂਦੀ ਹੈ ਜਦੋਂ ਪੰਜਾਬ ਅਤੇ ਹਰਿਆਣਾ ਦੇ 2 ਸੂਬਿਆਂ ਦਾ ਮਸਲਾ ਉੱਭਰ ਕੇ ਸਾਹਮਣੇ ਆ ਗਿਆ, ਇਸੇ ਦੇ ਵਿਚਕਾਰ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਕਾਬਜ ਚੰਡੀਗੜ੍ਹ ਨਗਰ ਨਿਗਮ ਹੈ, ਉਰੇ
ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਰਕੇ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਕਾਬਜ ਹੈ ਤੇ ਉਸ ਨਗਰ ਸੈਲ ਨੂੰ ਸੱਦਿਆ ਜਾਂਦਾ ਹੈ। ਉਸ ਦੇ ਵਿੱਚ ਵੀ ਇੱਕ ਮਤਾ ਪਾਸ ਕੀਤਾ ਜਾਂਦਾ ਹੈ ਵੀ ਕਿ ਚੰਡੀਗੜ੍ਹ ਨੂੰ ਯੂਟੀ ਹੀ ਰਹਿਣ ਦਿੱਤਾ ਜਾਵੇ, ਬਲਕਿ ਚੰਡੀਗੜ੍ਹ ਨਗਰ ਨਿਗਮ 'ਚ ਇਸ ਨੂੰ ਵਿਧਾਨ ਸਭਾ ਬਣਾਉਣ ਦੀ ਜਿਹੜੀ ਹੈ ਮੰਗ ਕੀਤੀ ਜਾਂਦੀ ਹੈ। ਚਲੋ ਇਸ 'ਤੇ ਤਾਂ ਇੱਕ ਵੱਡੀ ਬਹਿਸ ਦੀ ਕੋਈ ਲੋੜ ਵੀ ਨਹੀਂ ਹੈ ਵੀ ਕਿ ਵਿਧਾਨ ਸਭਾ ਬਣਾਉਣ ਦੀ ਉਹ ਮੰਗ ਕਰ ਰਹੇ ਨੇ। ਵਿਧਾਨ ਸਭਾ ਬਣਾਉਣ ਲਈ ਇੱਕ ਵੀ ਕਿ ਵਿਧਾਨ ਸਭਾ ਬਣੇਗੀ ਨਹੀਂ ਬਣੇਗੀ ਉਹ ਤਾਂ ਦੂਰ ਦੀ ਗੱਲ, ਪਰ ਕਿਤੇ ਨਾ ਕਿਤੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਕ ਮੰਗ ਕੀਤੀ ਗਈ ਹੈ ਵੀ ਕਿ ਚੰਡੀਗੜ੍ਹ ਨੂੰ ਯੂਟੀ ਹੀ ਰਹਿਣ ਦਿੱਤਾ ਜਾਵੇ, ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰਹਿਣ ਦਿੱਤਾ ਜਾਵੇ। ਹੁਣ ਵੱਡੀ ਗੱਲ ਇਹ ਆਉਂਦੀ ਹੈ ਵੀ ਕਿ ਚੰਡੀਗੜ੍ਹ ਤੇ ਪਿਛਲੇ 56 ਸਾਲਾਂ ਦੇ ਵਿੱਚ ਜਿਹੜੇ ਲੋਕ ਉਰੇ ਰਹਿ ਰਹੇ ਨੇ, ਵਸ ਰਹੇ ਨੇ, ਜਿਨ੍ਹਾਂ ਦੇ ਦਾਦੇ ਪੜਦਾਦੇ 2-2 3-3 ਪੁਸ਼ਤਾਂ ਚੰਡੀਗੜ੍ਹ ਰਹਿੰਦੀਆਂ ਨੂੰ ਹੋ ਗਈਆਂ, ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਗੱਲ ਰੱਖਣ ਦਾ ਹੱਕ ਜ਼ਰੂਰ ਹੈ। ਪਰ ਵੱਡੀ ਗੱਲ ਇਹ ਹੈ ਵੀ ਕਿ ਹੁਣ ਚੰਡੀਗੜ੍ਹ ਦੇ ਲੋਕਾਂ ਵੱਲੋਂ ਵੀ ਇਸ ਨੂੰ ਯੂਟੀ ਰੱਖਣ ਦੀ ਮੰਗ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਅਤੇ ਹੁਣ ਵੱਡੀ ਗੱਲ ਇਹ ਨਿਕਲ ਕੇ ਆਉਂਦੀ ਹੈ ਵੀ ਕੇਂਦਰ ਸਰਕਾਰ ਵੱਲੋਂ ਜਿਹੜਾ ਹੈ ਮੁਲਾਜ਼ਮਾਂ ਨੂੰ ਲੈ ਕੇ ਐਲਾਨ ਕੀਤਾ ਗਿਆ। ਉਸ ਤੋਂ ਬਾਅਦ ਇਹ ਸਾਰਾ ਮਸਲਾ ਸ਼ੁਰੂ ਹੋਇਆ। ਕਿਤੇ ਨਾ ਕਿਤੇ ਉੱਥੋਂ ਗੱਲਾਂ ਇਹ ਵੀ ਨਿਕਲ ਕੇ ਆਈਆਂ ਵੀ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਹਰ ਚੀਜ਼ ਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਤੇ ਹੁਣ ਜਿਹੜਾ ਪਹਿਲਾਂ ਵੀ ਕੇਂਦਰ ਸਰਕਾਰ ਦੀ ਅਜਿਹੀ ਨੀਤੀਆਂ ਦਾ ਵਿਰੋਧ ਹੁੰਦਾ ਰਿਹਾ ਅਤੇ ਹੁਣ ਫਿਰ ਜਿਹੜਾ ਹੈ ਨੀਤੀਆਂ ਦਾ ਵਿਰੋਧ ਹੋ ਰਿਹਾ। ਪਰ ਦੋਸਤੋ ਉਰੇ ਇੱਕ ਵੱਡੀ ਗੱਲਾਂ ਇਹ ਸਾਹਮਣੇ ਆਉਂਦੀਆਂ ਨੇ, ਕਿਤੇ ਨਾ ਕਿਤੇ ਮੌਜੂਦਾ ਸਮੇਂ ਸਾਰੀ ਸਿਆਸੀ ਧਿਰਾਂ ਇਸ ਮੁੱਦੇ ਨੂੰ ਤੇ ਸਿਆਸਤ ਕਰ ਰਹੀਆਂ ਨੇ, ਸਿਆਸੀ ਪਾਪੜ ਵੇਲਣ ਲੱਗੀਆਂ ਹੋਈਆਂ ਨੇ। ਕਿਉਂਕਿ ਜੇਕਰ ਗੱਲ ਕਰੀਏ ਆਪਾਂ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਜਪਾ ਦਾ ਰਾਜ ਹੈ, ਮੇਅਰ ਭਾਜਪਾ ਦਾ ਹੈ, ਕੇਂਦਰ ਦੇ ਵਿੱਚ ਭਾਜਪਾ ਬੈਠੀ ਹੈ, ਹਰਿਆਣੇ ਦੇ ਵਿੱਚ ਭਾਜਪਾ ਬੈਠੀ ਹੈ। ਅਤੇ ਜਦੋਂ 3 ਥਾਵਾਂ 'ਤੇ ਭਾਜਪਾ ਦੀਆਂ ਸਰਕਾਰਾਂ ਹੋਣ ਤਾਂ ਤਿੰਨੋਂ ਥਾਵਾਂ 'ਤੇ ਭਾਜਪਾ ਦੀ ਸਰਕਾਰਾਂ ਦੀ ਹੀ ਮੰਗ ਜਿਹੜੀ ਹੈ ਵੱਖੋ ਵੱਖਰੀ ਰਹਿ ਰਹੀ ਹੈ। ਕਿਤੇ ਨਾ ਕਿਤੇ ਕੇਂਦਰ ਸਰਕਾਰ ਇਸ ਨੂੰ ਸਿੱਧਾ ਆਪਣੇ ਅਧੀਨ ਲੈਣ ਲਈ ਇਸ ਤਰ੍ਹਾਂ ਦੇ ਨਿਯਮ ਬਣਾ ਰਿਹਾ, ਕਾਨੂੰਨ ਬਣਾ ਰਿਹਾ ਅਤੇ ਹੌਲੀ ਹੌਲੀ ਜਿਹੜਾ ਹੈਗਾ ਉਸ ਨੂੰ ਇੰਪਲੀਮੈਂਟ ਕਰ ਰਿਹਾ। ਦੂਜੇ ਪਾਸੇ ਹਰਿਆਣਾ ਮੰਗ ਕਰ ਰਿਹਾ ਵੀ ਕਿ ਚੰਡੀਗੜ੍ਹ 'ਤੇ ਸਾਡਾ ਹੱਕ ਹੈ, ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ। ਤਾਂ ਜਿਹੜੀ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਜੋ ਕਿ ਭਾਜਪਾ ਦੀ ਅਗਵਾਈ ਵਾਲੇ ਮੇਅਰ ਹੈ, ਕਾਰਪੋਰੇਸ਼ਨ ਹੈ, ਉਹ ਮੰਗ ਕਰ ਰਹੇ ਨੇ ਇਸ ਨੂੰ ਯੂਟੀ ਹੀ ਰੱਖਿਆ ਜਾਵੇ ਅਤੇ ਇਸ ਦੇ ਨਾਲ ਹੀ ਵੱਖਰੀ ਵਿਧਾਨ ਸਭਾ ਬਣਾਉਣ ਦੀ ਵੀ ਮੰਗ ਕਰ ਰਹੇ ਨੇ। ਤਾਂ ਇਸ ਤੋਂ ਸਪਸ਼ਟ ਹੁੰਦਾ ਵੀ ਕਿ ਕਿਸ ਤਰ੍ਹਾਂ ਸਾਡੇ ਦੇਸ਼ ਦੀ ਸਿਆਸੀ ਧਿਰਾਂ ਅਜਿਹੇ ਮੁੱਦੇ 'ਤੇ ਜਿਸ ਨਾਲ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ, ਇਸ ਭਾਵਨਾਵਾਂ ਨਾਲ ਜੁੜੇ ਹੋਏ ਮੁੱਦੇ ਦਾ ਇੱਕ ਵੱਡਾ ਸਿਆਸੀਕਰਨ ਕਰਨ ਲੱਗੀਆਂ ਹੋਈਆਂ, ਸਿਆਸੀ ਮੁੱਦਾ ਬਣਾਉਣ ਲੱਗੀਆਂ ਹੋਈਆਂ ਨੇ। ਉੱਥੇ ਹੀ ਜੇਕਰ ਗੱਲ ਕਰੀਏ ਹੋਰਨਾਂ ਸਿਆਸੀ ਧਿਰਾਂ ਦੀ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਉਹ ਵੀ ਕਿਤੇ ਨਾ ਕਿਤੇ ਇਸ ਮੁੱਦੇ 'ਤੇ ਜਿਹੜਾ ਹੈਗਾ ਸਿਆਸੀਕਰਨ ਦੀ ਜਿਹੜਾ ਰਾਜਨੀਤੀ ਕਰ ਰਹੀਆਂ, ਉਹ ਸਿਆਸਤ ਖੇਡਣ ਦੀ ਕੋਸ਼ਿਸ਼ ਕਰ ਰਹੀਆਂ। ਪਰ ਵੱਡੀ ਗੱਲ ਇਹ ਹੈ, ਇਹ ਬਹੁਤ ਹੀ ਜਟਿਲ ਮੁੱਦਾ ਹੈ, ਬਹੁਤ ਗੰਭੀਰ ਮੁੱਦਾ ਹੈ। ਇਸ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ, ਚਾਹੇ ਉਹ ਚੰਡੀਗੜ੍ਹ ਦੇ ਹੋਣ, ਚਾਹੇ ਪੰਜਾਬ ਦੇ ਹੋਣ, ਚਾਹੇ ਉਹ ਹਰਿਆਣੇ ਦੇ ਹੋਣ। ਕਿਉਂਕਿ ਜਿਸ ਸਮੇਂ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਬਣਾਇਆ ਗਿਆ ਸੀ, ਚੰਡੀਗੜ੍ਹ ਦੀ ਸਥਾਪਨਾ ਕੀਤੀ ਗਈ ਸੀ, ਉਸ ਸਮੇਂ ਜਿਹੜੇ ਨੇ ਹਾਲਾਤ ਕੁਝ ਹੋਰ ਸੀ, ਉਸ ਸਮੇਂ ਦੀ ਮੰਗ ਕੁਝ ਹੋਰ ਸੀ। ਜਿਨ੍ਹਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਚੰਡੀਗੜ੍ਹ ਦਾ ਨਿਰਮਾਣ ਕੀਤਾ ਗਿਆ ਅਤੇ ਚੰਡੀਗੜ੍ਹ ਨੂੰ ਦੋਵਾਂ ਸੂਬਿਆਂ ਦੀ ਰਾਜਧਾਨੀ ਬਣਾਇਆ ਗਿਆ। ਪਰ ਇਸ ਦੇ ਵਿੱਚ ਹੀ ਗੱਲ ਕਰੀਏ ਤਾਂ ਭਾਵੇਂ ਪੰਜਾਬ ਸਰਕਾਰ ਵੱਲੋਂ ਵੀ, ਹਰਿਆਣਾ ਸਰਕਾਰ ਵੱਲੋਂ ਵੀ ਮਤੇ ਪੇਸ਼ ਕਰ ਦਿੱਤੇ ਗਏ, ਪਾਸ ਕਰ ਦਿੱਤੇ ਗਏ। ਮਤੇ ਤਾਂ ਪਹਿਲਾਂ ਵੀ ਬਹੁਤ ਵਾਰ ਜਿਹੜੇ ਨੇ ਪਾਸ ਕੀਤੇ ਗਏ ਨੇ, ਪਰ ਉਹਨਾਂ ਦਾ ਅਸਲ ਵਿੱਚ ਕੁਝ ਨਹੀਂ ਬਣ ਸਕਿਆ। ਕਿਉਂਕਿ ਇਸ ਦੇ ਵਿੱਚ ਹੀ ਗੱਲ ਕਰੀਏ, ਪਹਿਲਾਂ ਵੀ ਕਈ ਵਾਰ ਜਿਹੜਾ ਹੈਗਾ ਚੰਡੀਗੜ੍ਹ ਦੇ ਮੁੱਦੇ 'ਤੇ ਕਈ ਕਮਿਸ਼ਨ ਬੈਠੇ ਨੇ, ਕਈ ਵਾਰ ਕਈ ਚੀਜ਼ਾਂ ਸਾਹਮਣੇ ਆਈਆਂ, ਪਰ ਉਹ ਉਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ। ਗੱਲ ਕਰੀਏ 1986 ਦੇ ਵਿੱਚ ਵੀ ਰਾਜੀਵ ਅਤੇ ਲੌਂਗੋਵਾਲ ਸਮਝੌਤਾ ਹੋਇਆ, ਜਿਸ ਦੇ ਵਿੱਚ ਇੱਕ ਗੱਲ ਕਹੀ ਗਈ ਸੀ ਵੀ ਕਿ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਅਤੇ ਇਸ ਨੂੰ ਪੰਜਾਬ ਦੇ ਹਵਾਲੇ ਕਰ ਦੇਣਾ ਚਾਹੀਦਾ। ਅਤੇ ਜਦੋਂ ਕਿ ਜਿਹੜੀ ਗੱਲ ਆਉਂਦੀ ਹੈ ਹਰਿਆਣਾ ਦੀ, ਹਰਿਆਣਾ ਨੂੰ ਆਪਣੀ ਵੱਖਰੀ ਰਾਜਧਾਨੀ ਤੱਕ ਬਣਾਉਣ ਦੀ ਜਿਹੜੀ ਹੈ ਗੱਲ ਕਹਿ ਦਿੱਤੀ ਗਈ ਸੀ ਵੀ ਕੇਂਦਰ ਸਰਕਾਰ ਉਸ ਲਈ ਹਰਿਆਣਾ ਸਰਕਾਰ ਨੂੰ ਇੱਕ ਪੈਸੇ ਦੇ ਦੇਗਾ ਵੀ ਕਿ ਉਹ ਆਪਣੀ ਵੱਖਰੀ ਰਾਜਧਾਨੀ ਬਣਾ ਸਕਦੇ ਨੇ। ਪਰ ਉਸ ਸਮਝੌਤੇ ਨੂੰ ਜਿਹੜਾ ਹੈ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਗੱਲ ਕਰੀਏ, ਹੋਰ ਵੀ ਕਈ ਸਮਝੌਤੇ ਹੁੰਦੇ ਰਹੇ, ਪਰ ਇਸ ਦਾ ਜਿਹੜਾ ਹੱਲ ਨਹੀਂ ਹੋ ਸਕਿਆ। ਜਿਹੜਾ ਅਜਿਹਾ ਮਸਲਾ 1966 ਤੋਂ ਲੈ ਕੇ ਅੱਜ ਤੱਕ ਲਗਾਤਾਰ ਲਟਕਦਾ ਆ ਰਿਹਾ, ਲਮਕਦਾ ਆ ਰਿਹਾ, ਪਰ ਇਸ ਮਸਲੇ ਦਾ ਹੱਲ ਕੋਈ ਨਹੀਂ ਨਿਕਲ ਪਾ ਰਿਹਾ। ਦੇਖੀਏ ਤਾਂ ਚਾਹੇ ਸਾਡੀਆਂ ਕੋਈ ਵੀ ਸਿਆਸੀ ਪਾਰਟੀਆਂ ਹੋਣ, ਕੋਈ ਵੀ ਸਰਕਾਰ ਹੋਵੇ, ਉਹ ਅਜਿਹੇ ਜਿਹੜੇ ਮੁੱਦਿਆਂ 'ਤੇ ਸਿਆਸਤ ਕਰਨ ਲੱਗੀਆਂ ਰਹਿੰਦੀਆਂ ਨੇ। ਪਰ ਲੋੜ ਇਹ ਹੈ, ਪੰਜਾਬ ਦੇ ਵਿੱਚ ਵੀ, ਹਰਿਆਣਾ ਦੇ ਵਿੱਚ ਵੀ ਅਤੇ ਕੇਂਦਰ ਦੇ ਵਿੱਚ ਵੀ ਸਾਡੇ ਕੋਲ ਹੋਰ ਬੁਨਿਆਦੀ ਮਸਲੇ, ਬੁਨਿਆਦੀ ਮੁੱਦੇ ਬਹੁਤ ਨੇ। ਚਾਹੇ ਗੱਲ ਕਰੀਏ ਸਿਹਤ ਦੀ, ਸਿੱਖਿਆ ਦੀ, ਹੋਰ ਰੁਜ਼ਗਾਰੀ ਦੀ, ਦੇਸ਼ ਦੇ ਵਿੱਚ ਜਿਹੜਾ ਰੁਜ਼ਗਾਰ ਪੈਦਾ ਕਰਨ ਦੀ, ਆਰਥਿਕ ਸਿਸਟਮ ਨੂੰ ਜਿਹੜਾ ਹੈਗਾ ਉਸ 'ਚ ਸੁਧਾਰ ਲਿਆਉਣ ਦੀ, ਹੋਰ ਇਸ ਤਰ੍ਹਾਂ ਦੇ ਕਈ ਮੁੱਦੇ ਨੇ। ਪਰ ਸਾਡੀਆਂ ਸਿਆਸੀ ਧਿਰਾਂ
ਕਿਤੇ ਨਾ ਕਿਤੇ ਲੋਕਾਂ ਨੂੰ ਆਪਣੀ ਅਜਿਹੀ ਮੰਗਾਂ ਤੋਂ ਜਿਹੜਾ ਭਟਕਾਉਣ ਲਈ ਅਜਿਹੇ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦੀਆਂ ਨੇ, ਉਸ 'ਤੇ ਸਿਆਸਤ ਕਰਦੀਆਂ ਰਹਿੰਦੀਆਂ, ਲਗਾਤਾਰ ਅਜਿਹੇ ਮੁੱਦਿਆਂ ਨੂੰ ਜਿਹੜਾ ਹੈਗਾ ਲੋਕਾਂ ਦੇ ਵਿੱਚ ਲਿਜਾ ਕੇ ਕਿਤੇ ਨਾ ਕਿਤੇ ਵਿਕਾਸ ਦੇ ਮੁੱਦਿਆਂ ਤੋਂ ਹਟਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਪਰ ਅੱਜ ਲੋੜ ਹੈ, ਚਾਹੇ ਉਹ ਪੰਜਾਬ ਹੋਵੇ, ਹਰਿਆਣਾ ਹੋਵੇ, ਚਾਹੇ ਦੇਸ਼ ਹੋਵੇ, ਹਰ ਥਾਂ 'ਤੇ ਸਿੱਖਿਆ ਦੇ ਸੁਧਾਰ ਦੀ। ਵੀ ਕਿ ਸਿੱਖਿਆ ਦਾ ਸਿਸਟਮ ਸਾਡਾ ਬਹੁਤ ਵਿਗੜ ਚੁੱਕਿਆ ਹੈ, ਪ੍ਰਾਈਵੇਟਾਈਜੇਸ਼ਨ ਵੱਧਦੀ ਜਾ ਰਹੀ ਹੈ। ਉੱਥੇ ਸਾਨੂੰ ਸਿੱਖਿਆ ਦੇ ਵਿੱਚ ਸੁਧਾਰ ਦੀ ਲੋੜ ਹੈ, ਸਿਹਤ ਪ੍ਰਬੰਧਾਂ 'ਚ ਸੁਧਾਰ ਦੀ ਲੋੜ ਹੈ। ਕਿਵੇਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਟਰੀਟਮੈਂਟ ਨਹੀਂ ਮਿਲ ਪਾ ਰਿਹਾ, ਉਹਨਾਂ ਨੂੰ ਧੱਕੇ ਖਾਣੇ ਪੈਂਦੇ ਨੇ। ਤੇ ਗੱਲ ਕਰੀਏ ਸਿੱਖਿਆ ਦੇ ਖੇਤਰ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਵੱਧਦੀ ਜਾ ਰਹੀ ਹੈ। ਕਾਰਪੋਰੇਟਸ ਲਗਾਤਾਰ ਵੱਡੇ ਵੱਡੇ ਹਸਪਤਾਲ ਬਣਾ ਰਹੇ ਨੇ, ਜਿੱਥੇ ਮਹਿੰਗੇ ਉਹ ਹਸਪਤਾਲ ਨੇ ਤੇ ਲੋਕਾਂ ਨੂੰ ਮਹਿੰਗਾ ਇਲਾਜ ਜਿਹੜਾ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ। ਤੇ ਗੱਲ ਕਰੀਏ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ। ਜਿਹੜਾ ਸਰਕਾਰਾਂ ਨੂੰ ਰੁਜ਼ਗਾਰ ਪੈਦਾ ਕਰਨ ਲਈ ਜਿਹੜਾ ਇਸ ਤਰ੍ਹਾਂ ਦੀ ਪਲੈਨਿੰਗ ਕਰਨੀ ਚਾਹੀਦੀ ਹੈ। ਤੇ ਉਸ ਦੇ ਨਾਲ ਹੀ ਗੱਲ ਕਰੀਏ ਦੇਸ਼ ਦੇ ਵਿੱਚ ਜਿਹੜਾ ਹੈਗਾ ਅਰਥ ਵਿਵਸਥਾ ਵਿਗੜਦੀ ਜਾ ਰਹੀ ਹੈ, ਮਹਿੰਗਾਈ ਵੱਧਦੀ ਜਾ ਰਹੀ ਹੈ। ਸਰਕਾਰਾਂ ਅਜਿਹੇ ਮੁੱਦਿਆਂ ਨੂੰ ਜਿਹੜਾ ਹੈਗਾ ਸਾਈਡ 'ਤੇ ਰੱਖ ਕੇ ਸਿਆਸੀ ਧਿਰਾਂ ਅਜਿਹੇ ਮੁੱਦਿਆਂ ਨੂੰ ਉਭਾਰਨ ਦੀ ਥਾਂ 'ਤੇ ਚੰਡੀਗੜ੍ਹ ਵਰਗੇ ਮੁੱਦਿਆਂ ਨੂੰ ਜਿਹੜਾ ਹੈਗਾ ਲੋਕਾਂ ਨਾਲ ਜਿਨ੍ਹਾਂ ਦੇ ਇਮੋਸ਼ਨ ਜੁੜੇ ਹੋਏ ਨੇ, ਭਾਵਨਾਵਾਂ ਜੁੜੀਆਂ ਹੋਈਆਂ ਨੇ, ਅਜਿਹੇ ਮੁੱਦਿਆਂ ਨੂੰ ਉਭਾਰ ਰਹੀਆਂ ਨੇ। ਪਰ ਹੁਣ ਸਭ ਨੂੰ ਲੋੜ ਹੈ ਸੋਚਣ ਦੀ, ਵਿਚਾਰ ਕਰਨ ਦੀ, ਤੇ ਅਜਿਹੀ ਸਿਆਸੀ ਪਾਰਟੀਆਂ ਨੂੰ ਵੀ ਕੁਝ ਨਾ ਕੁਝ ਸਮਝਣ ਦੀ ਲੋੜ ਹੈ ਵੀ ਕਿ ਅਜਿਹੇ ਭਾਵਨਾਵਾਂ ਨਾਲ ਜੁੜੇ ਹੋਏ ਮੁੱਦਿਆਂ ਦੀ ਥਾਂ ਜਿਹੜੇ ਬੁਨਿਆਦੀ ਮੁੱਦੇ ਨੇ, ਲੋਕਾਂ ਨਾਲ ਜੁੜੇ ਹੋਏ ਮੁੱਦੇ ਨੇ, ਉਹਨਾਂ 'ਤੇ ਗੱਲ ਕੀਤੀ ਜਾਵੇ, ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਜੋ ਦੇਸ਼ ਦਾ, ਦੁਨੀਆ ਦਾ, ਲੋਕਾਂ ਦਾ ਵਿਕਾਸ ਹੋ ਸਕੇ, ਭਲਾ ਹੋ ਸਕੇ। ਦੇਖਣਾ ਇਹੀ ਹੋਵੇਗਾ ਸਰਕਾਰਾਂ ਅਜਿਹੇ ਮੁੱਦਿਆਂ 'ਤੇ ਕਿੰਨਾ ਕੁ ਪਹਿਰਾ ਦਿੰਦੀਆਂ ਨੇ, ਕਿੰਨਾ ਕੁ ਗੱਲਬਾਤ ਕਰਦੀਆਂ ਨੇ, ਤੇ ਅਜਿਹੇ ਮੁੱਦਿਆਂ ਨੂੰ ਹੱਲ ਕਰਨ 'ਚ ਕਿੰਨਾ ਕੁ ਜਿਹੜਾ ਹੈਗਾ ਕਾਮਯਾਬ ਹੁੰਦੀਆਂ ਨੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪੰਜਾਬੀ ਟ੍ਰਿਬਿਊਨ ਸਮੇਂ-ਸਮੇਂ ਦੀ ਛੋਟੀ ਤੋਂ ਛੋਟੀ ਗੱਲ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।